हेलो एवरीवन, वेलकम टू द चैनल स्टडी विद पूजा। सो इस वीडियो ਦੇ ਵਿੱਚ ਕਰਾਂਗੇ ਸਪਮੈਟੋਜੈਨੇਸਿਸ ਬਾਰੇ, ਜਿੱਦਾਂ ਕਿ ਆਪਾਂ ਰਿਪਰੋਡਕਟਿਵ ਸਿਸਟਮ ਨਾਲ ਰਿਲੇਟਡ ਕੁਝ MCQs ਜਿਹੜੇ ਹੈਗੇ ਉਹ ਕੀਤੇ ਸੀਰੀਜ਼ ਦੇ ਵਿੱਚ। ਸੋ ਉਹਦੇ ਕੁਝ ਇੰਪੋਰਟੈਂਟ ਟੌਪਿਕ ਜਾਂ ਜਿਹੜੇ ਥੋੜ੍ਹੀ ਕਨਫਿਊਜ਼ਿੰਗ ਟੌਪਿਕ ਹੈਗੇ ਆ ਉਹਨਾਂ ਦੇ ਬਾਰੇ ਆਪਾਂ ਇੱਥੇ ਡਿਸਕਸ ਕਰਾਂਗੇ। ਉਹਦੇ ਵਿੱਚ ਜਿੱਦਾਂ ਸਪਮੈਟੋਜੈਨੇਸਿਸ ਹੋ ਗਿਆ, ਗੈਮੀਟੋਜੈਨੇਸਿਸ ਐਂਡ ਸਪਮੈਟੋਜੈਨੇਸਿਸ ਔਰ ਓਜੈਨੇਸਿਸ ਦੀ ਆਪਾਂ ਗੱਲ ਕਰਾਂਗੇ, ਹੈ ਨਾ। ਸੋ ਪਹਿਲੇ ਅੱਜ ਸਪਮੈਟੋਜੈਨੇਸਿਸ ਔਰ ਸਪਮ ਦੇ ਸਟਰਕਚਰ ਬਾਰੇ ਡਿਸਕਸ ਕਰਾਂਗੇ ਕਿ ਸਪਮ ਫਾਰਮ ਕਿੱਦਾਂ ਹੁੰਦਾ ਹੈ, ਠੀਕ ਹੈ। ਸੋ ਸਟਾਰਟ ਕਰਦੇ ਹਾਂ ਸਪਮੈਟੋਜੈਨੇਸਿਸ। ਹੁਣ ਇਹ ਜਿਹੜੀ ਸਪਮੈਟੋਜੈਨੇਸਿਸ ਦੀ ਪ੍ਰੋਸੈਸ ਹੈਗੀ ਆ, ਠੀਕ ਹੈ, ਇਹ ਆਪਣੇ ਤੋਂ ਆਉਂਦੀ ਹੈਗੀ ਆ ਗੈਮੀਟੋਜੈਨੇਸਿਸ ਤੋਂ, ਠੀਕ ਹੈ, ਗੈਮੀਟੋਜੈਨੇਸਿਸ ਤੋਂ। ਗੈਮੀਟੋਜੈਨੇਸਿਸ ਦੀ ਪ੍ਰੋਸੈਸ ਦਾ ਮਤਲਬ ਗੈਮੀਟ ਫਾਰਮ ਹੋਣਾ। ਗੈਮੀਟ ਕਿਹੜੇ ਹੁੰਦੇ, ਜਾਂ ਤਾਂ ਮੇਲ ਹੋਏਗਾ ਜਾਂ ਫੀਮੇਲ ਗੈਮੀਟ ਹੋਏਗਾ। ਮੇਲ ਗੈਮੀਟ ਜਿਹੜਾ ਪ੍ਰੋਡਿਊਸ ਹੁੰਦਾ ਆ ਹਿਊਮਨ ਦੇ ਵਿੱਚ, ਉਸ ਗੈਮੀਟ ਨੂੰ ਅਸੀਂ ਕੀ ਬੋਲਦੇ ਹਾਂ, ਸਪਰਮ ਬੋਲਦੇ ਹੈਗੇ ਆ, ਠੀਕ ਹੈ। ਔਰ ਜਿਹੜਾ ਫੀਮੇਲ ਗੈਮੀਟ ਬਣਦਾ ਹੈ ਉਹ ਹੈ ਓਵਮ, ਠੀਕ ਹੈ। ਸੋ ਸਪਰਮ ਬਣਨ ਦੀ ਪ੍ਰੋਸੈਸ ਨੂੰ ਅਸੀਂ ਬੋਲਦੇ ਹੈਗੇ ਸਪਮੈਟੋਜੈਨੇਸਿਸ, ਠੀਕ ਹੈ, ਔਰ ਓਵਮ ਬਣਨ ਦੀ ਪ੍ਰੋਸੈਸ ਨੂੰ ਓਜੈਨੇਸਿਸ ਕਹਿੰਦੇ ਹਾਂ। ਸੋ ਸਭ ਤੋਂ ਪਹਿਲੇ ਡਿਸਕਸ ਕਰਦੇ ਹਾਂ ਸਪਮੈਟੋਜੈਨੇਸਿਸ ਬਾਰੇ, ਠੀਕ ਹੈ। ਆਪਾਂ ਕੀ ਕਿਹਾ ਕਿ ਜਦੋਂ ਸਪਰਮ ਪ੍ਰੋਪਰ ਫਾਰਮ ਹੁੰਦਾ, ਸਪਰਮ ਕਿੱਥੋਂ ਫਾਰਮ ਹੋਏਗਾ, ਸਪਰਮ ਬਣਦਾ ਸਪਮੈਟੋਗੋਨੀਆ ਤੋਂ, ਠੀਕ ਹੈ। ਸਪਮੈਟੋਗੋਨੀਆ ਜਿਹੜਾ ਆ, ਅਗਰ ਆਪਾਂ ਪਹਿਲੇ ਬੇਸਿਕ ਦੀ ਗੱਲ ਕਰੀਏ ਕਿ ਜਿੱਦਾਂ ਹਿਊਮਨ ਰਿਪਰੋਡਕਟਿਵ ਸਿਸਟਮ ਦੇ ਵਿੱਚ, ਮੇਲ ਰਿਪਰੋਡਕਟਿਵ ਸਿਸਟਮ ਦੇ ਵਿੱਚ ਜਿਹੜਾ ਮੇਲ ਬੋਡੀ ਦੇ ਵਿੱਚ ਸਕਰੋਟਲ ਸੈਕ ਹੈ, ਉਹਦੇ ਅੰਦਰ ਪੇਅਰ ਆਫ ਟੈਸਟਿਸ ਪ੍ਰੈਜ਼ੈਂਟ ਹੁੰਦੇ ਆ। ਉਹਨਾਂ ਟੈਸਟਿਸ ਦੇ ਅੰਦਰ ਪ੍ਰੈਜ਼ੈਂਟ ਹੁੰਦੇ ਹੈਗੇ ਆ ਸੈਮੀਨੀਫੈਰਸ ਟਿਬਿਊਲ। ਉਹਨਾਂ ਸੈਮੀਨੀਫੈਰਸ ਟਿਬਿਊਲ ਦੇ ਅੰਦਰ ਦੋ ਤਰ੍ਹਾਂ ਦੇ ਸੈੱਲ ਪ੍ਰੋਡਿਊਸ ਹੁੰਦੇ ਆ। ਕਿਹੜੇ ਕਿਹੜੇ ਦੋ ਤਰ੍ਹਾਂ ਦੇ ਸੈੱਲ ਪ੍ਰੋਡਿਊਸ ਹੁੰਦੇ ਹੈਗੇ ਸੈਮੀਨੀਫੈਰਸ ਟਿਬਿਊਲ ਦੇ ਵਿੱਚ? ਇੱਕ ਹੁੰਦੇ ਹੈਗੇ ਜਰਮ ਸੈੱਲ। ਜਰਮ ਸੈੱਲ ਨੂੰ ਅਸੀਂ ਬੋਲ ਸਕਦੇ ਹਾਂ ਸਪਮੈਟੋਗੋਨੀਆ, ਠੀਕ ਹੈ, ਸਪਰਮੈਟੋਗੋਨੀਆ, ਠੀਕ ਹੈ। ਔਰ ਦੂਸਰੇ ਸੈੱਲਸ ਨੂੰ ਆਪਾਂ ਬੋਲਦੇ ਹੈਗੇ ਆ ਸਰਟੋਲੀ ਸੈੱਲਸ, ਠੀਕ ਹੈ। ਹੁਣ ਜਿਹੜੇ ਇਹ ਜਿਹੜੇ ਸਰਟੋਲੀ ਸੈੱਲਸ ਹੈਗੇ ਆ, ਇਹ ਤਾਂ ਕਰਦੇ ਹੈਗੇ ਨਰਿਸ਼ਮੈਂਟ ਪ੍ਰੋਵਾਈਡ ਕਰਦੇ, ਇਹਨਾਂ ਨੂੰ ਅਸੀਂ ਨਰਸ ਸੈੱਲ ਬੋਲਦੇ ਹੈਗੇ ਆ। ਇਹ ਕੀ ਕਰਦੇ ਆ, ਸਪਮੈਟੋਜੈਨੇਸਿਸ ਕਰਨ ਦੇ ਵਿੱਚ ਹੈਲਪ ਕਰਦੇ ਤਾਂ ਕਿ ਸਪਰਮ ਨੂੰ ਨਰਿਸ਼ਮੈਂਟ ਮਿਲ ਸਕੇ। ਔਰ ਜਿਹੜੇ ਇਹ ਜਰਮ ਸੈੱਲ ਜਿਹੜੇ ਸਪਮੈਟੋਗੋਨੀਆ, ਇਹ ਕੰਪਲੀਟ ਸਪਮੈਟੋਜੈਨੇਸਿਸ ਕਰਕੇ ਸਪਰਮ ਬਣਾਉਂਦੇ ਹੈਗੇ ਆ, ਠੀਕ ਹੈ। ਸੋ ਆਪਾਂ ਇਹਨਾਂ ਦੇ ਬਾਰੇ ਡਿਸਕਸ ਕਰਾਂਗੇ ਕਿ ਜਿੱਦਾਂ ਕਿ ਆਪਾਂ ਨੂੰ ਦੱਸਿਆ ਹੋਇਆ ਆ ਕਿ ਪ੍ਰੋਸੈਸ of formation of spermatozoa from the diploid spermatogonia। ਇਹ ਜਿਹੜਾ ਸਪਰਮੈਟੋਗੋਨੀਆ ਡਿਪਲੋਇਡ ਸਟਰਕਚਰ ਹੁੰਦਾ, ਯਾਨੀ ਕਿ 46 ਕ੍ਰੋਮੋਜ਼ੋਮ। ਹਿਊਮਨ ਦੀ ਗੱਲ ਕਰੀਏ ਤਾਂ 46 ਕ੍ਰੋਮੋਜ਼ੋਮ ਵਾਲਾ ਆ। ਕਹਿੰਦੇ ਜਦੋਂ ਇਹਦੇ ਤੋਂ ਸਪਰਮੈਟੋਗੋਨੀਆ ਤੋਂ ਸਪਰਮੈਟੋਜ਼ੋਆ ਯਾਨੀ ਕਿ ਸਪਰਮ ਬਣਦਾ ਹੈਗਾ ਆ, ਸੋ ਅਸੀਂ ਉਹਨੂੰ ਕੀ ਕਹਿੰਦੇ ਹੈਗੇ ਆ, ਸਪਰਮੈਟੋਜੈਨੇਸਿਸ, ਠੀਕ ਹੈ। ਹੁਣ ਸਪਰਮੈਟੋਗੋਨੀਆ ਡਿਪਲੋਇਡ ਹੁੰਦਾ, ਜਦ ਕਿ ਜਿਹੜਾ ਸਪਰਮੈਟੋਜ਼ੋਆ ਉਹ ਹੈਪਲੋਇਡ ਹੁੰਦਾ, ਠੀਕ ਹੈ। ਇਹ ਡਿਪਲੋਇਡ ਸੀਗਾ, ਇੱਥੇ ਜਾ ਕੇ ਹੈਪਲੋਇਡ ਹੋ ਜਾਂਦੇ ਆ ਕਿਉਂਕਿ ਮਿਓਸਿਸ ਹੁੰਦੀ ਹੈਗੀ ਆ। ਸੋ ਇਟ ਅਕਰਸ ਇਨ ਦ ਸੈਮੀਨੀਫੈਰਸ ਟਿਬਿਊਲ ਆਫ ਦ ਟੈਸਟਿਸ ਆਫਟਰ ਅਟੇਨਿੰਗ ਪਿਊਬਰਟੀ। ਪਿਊਬਰਟੀ ਪੀਰੀਅਡ ਕੀ ਹੁੰਦਾ, ਜਦੋਂ ਕਿ ਮੇਲ ਜਾਂ ਫੀਮੇਲ ਜਿਹੜਾ ਹੈ ਬੋਡੀ ਦੇ ਵਿੱਚ ਰਿਪਰੋਡਕਟਿਵ ਹਾਰਮੋਨ ਸਿਕਰੀਟ ਹੋਣੀ ਸ਼ੁਰੂ ਹੋ ਜਾਂਦੀ ਆ ਔਰ ਬੋਡੀ ਰਿਪਰੋਡਕਸ਼ਨ ਦੇ ਲਈ ਕੈਪੇਬਲ ਹੋ ਜਾਂਦੀ ਆ। ਸੋ ਉਸ ਪ੍ਰੋਸੈਸ ਨੂੰ ਅਸੀਂ ਪਿਊਬਰਟੀ ਪੀਰੀਅਡ ਕਹਿੰਦੇ ਆ। ਸੋ ਪਿਊਬਰਟੀ ਪੀਰੀਅਡ ਦੇ ਦੌਰਾਨ ਹਾਰਮੋਨਸ ਦੀ ਸਿਕ੍ਰੀਸ਼ਨ ਦੀ ਵਜ੍ਹਾ ਨਾਲ ਜਿਹੜੇ ਸੈਮੀਨੀਫੈਰਸ ਟਿਬਿਊਲ ਹੈ ਡਿਵੈਲਪ ਹੁੰਦੇ ਆ, ਠੀਕ ਹੈ। ਔਰ ਇਹਨਾਂ ਦੇ ਵਿੱਚ ਜਿਹੜਾ ਸਪਰਮੈਟੋਗੋਨੀਆ ਆ, ਇਹ ਅੱਗੇ ਫੰਕਸ਼ਨ ਕਰਦਾ ਹੈ, ਸਪਰਮੈਟੋਜੈਨੇਸਿਸ ਕਰਕੇ ਸਪਰਮ ਫਾਰਮ ਕਰਦਾ ਹੈ। ਇਹਨੂੰ 4 ਫੇਜ਼ਸ 'ਚ ਡਿਵਾਈਡ ਕੀਤਾ ਜਾਂਦਾ, ਮਲਟੀਪਲੀਕੇਸ਼ਨ ਫੇਜ਼, ਗਰੋਥ ਫੇਜ਼, ਮੈਚੂਰੇਸ਼ਨ ਫੇਜ਼ ਔਰ ਡਿਫਰੈਂਸੀਏਸ਼ਨ ਫੇਜ਼, ਠੀਕ ਹੈ। ਮਲਟੀਪਲੀਕੇਸ਼ਨ ਜਿਹਦੇ 'ਚ ਮਲਟੀਪਲਾਈ ਕਰਨਗੇ, ਗਰੋਥ ਜਿਹਦੇ 'ਚ ਡਿਵੈਲਪ ਹੋਣਗੇ ਥੋੜ੍ਹੇ, ਮੈਚੂਰੇਸ਼ਨ ਜਿਹਦੇ ਵਿੱਚ ਇਹਨਾਂ ਦੇ ਵਿੱਚ ਜਿਹੜੀ ਡਿਵੀਜ਼ਨ ਹੋਏਗੀ, ਐਂਡ ਡਿਫਰੈਂਸੀਏਸ਼ਨ ਜਿਹਦੇ 'ਚ ਕੰਪਲੀਟਲੀ ਫਾਰਮਡ ਸਟਰਕਚਰ ਬਣਾਉਣਗੇ ਆਪਣਾ, ਠੀਕ ਹੈ। ਸੋ ਡਾਇਗਰਾਮ ਤੇ ਆਉਂਦੇ ਹਾਂ ਪਹਿਲੇ ਸਪਰਮੈਟੋਜੈਨੇਸਿਸ ਦੇ ਲਈ। ਸਭ ਤੋਂ ਪਹਿਲੇ ਪਿਊਬਰਟੀ ਪੀਰੀਅਡ ਦੇ ਦੌਰਾਨ ਕੀ ਹੁੰਦਾ, ਸਪਰਮੈਟੋਗੋਨੀਆ ਪ੍ਰੈਜ਼ੈਂਟ ਹੁੰਦੇ ਮੇਲ ਬੋਡੀ ਦੇ ਅੰਦਰ। ਸਪਰਮੈਟੋਗੋਨੀਆ ਸੈਲਸ ਹੈ ਜਿਹੜੇ ਡਿਪਲੋਇਡ ਹੁੰਦੇ ਆ, ਠੀਕ ਹੈ। ਸਭ ਤੋਂ ਪਹਿਲੇ ਕੀ ਕਰਦੇ ਆ, ਹੁਣ ਇਹ ਥੋੜ੍ਹੇ ਹੁੰਦੇ ਆ, ਠੀਕ ਹੈ, ਮਤਲਬ ਜਿੰਨੇ ਵੀ ਹੁੰਦੇ ਆ ਇਹ ਪਹਿਲੇ ਕੀ ਕਰਦੇ ਹੈਗੇ ਆ, ਨੰਬਰ ਆਫ ਸੈੱਲ ਜਿਹੜੀ ਆ ਵਧਾਉਂਦੇ ਆ। ਕਿੱਦਾਂ ਬਣਾਉਣਗੇ, ਇਹ ਡਿਵੀਜ਼ਨ ਦੇ ਦੌਰਾਨ, ਠੀਕ ਹੈ। ਡਿਵੀਜ਼ਨ ਕਿਹੜੀ ਹੁੰਦੀ ਆ ਸਾਡੇ ਤੋਂ, ਡਿਵੀਜ਼ਨ ਦੋ ਤਰ੍ਹਾਂ ਦੀ ਹੁੰਦੀ ਆ, ਮਾਈਟੋਸਿਸ, ਠੀਕ ਹੈ, ਔਰ ਮਿਓਸਿਸ ਹੁੰਦੀ ਹੈਗੀ ਆ। ਆਪਾਂ ਪਹਿਲੇ ਵੀ ਪੜ੍ਹੇ ਹੋਏ ਆ ਇਹਦੇ ਵਿੱਚ। ਇਹਦੇ ਬਾਰੇ ਅਗਰ ਤੁਸੀਂ ਡਿਟੇਲ ਦੇਖਣਾ ਚਾਹੁੰਦੇ ਹੋ ਤਾਂ ਸੈੱਲ ਸਾਈਕਲ ਔਰ ਸੈੱਲ ਡਿਵੀਜ਼ਨ ਚੈਪਟਰ ਅਸੀਂ ਕੀਤਾ ਹੋਇਆ ਆ ਪਲੇਲਿਸਟ 'ਚ। ਸੈੱਲ ਬਾਇਓਲੋਜੀ ਨਾਮ ਦੀ ਪਲੇਲਿਸਟ ਆ, ਉਹਦੇ ਤੋਂ ਜਾ ਕੇ ਚੈੱਕ ਕਰ ਸਕਦੇ ਹੋ ਇਹਦੀਆਂ ਸਾਰੀਆਂ ਵੀਡੀਓਜ਼, ਠੀਕ ਹੈ। ਸੋ ਜਿਹੜੀ ਮਾਈਟੋਸਿਸ ਹੈ, ਇਹ ਨੰਬਰ ਆਫ ਸੈੱਲਸ, ਨੋਰਮਲ ਸੈੱਲਸ ਜਿਹੜੇ ਹੁੰਦੇ ਪਹਿਲੇ ਉਹਨਾਂ ਨੂੰ, ਨੰਬਰ ਆਫ ਸੈੱਲਸ ਨੂੰ ਵਧਾਉਣ ਵਾਸਤੇ ਹੁੰਦੀ ਆ। ਜਿਹੜੀ ਮਿਓਸਿਸ ਹੁੰਦੀ ਹੈਗੀ ਆ, ਇਹ ਜਿਹੜੇ ਰਿਪਰੋਡਕਟਿਵ ਸੈੱਲਸ ਹੁੰਦੇ ਆ ਉਹਨਾਂ ਵਾਸਤੇ ਜ਼ਿਆਦਾਤਰ ਹੁੰਦੀ ਹੈਗੀ ਆ, ਠੀਕ ਹੈ। ਮਿਓਸਿਸ ਦੋ ਪਾਰਟਸ ਦੇ ਵਿੱਚ ਹੁੰਦੀ ਹੈ, ਇੱਕ ਹੁੰਦੀ ਮਿਓਸਿਸ 1, ਇੱਕ ਹੁੰਦੀ ਮਿਓਸਿਸ 2। ਮਾਈਟੋਸਿਸ ਦੇ ਦੌਰਾਨ ਜਦੋਂ ਵੀ ਜਿਹੜੇ ਪੇਰੈਂਟ ਸੈੱਲ ਹੈ, ਇੱਕ ਪੇਰੈਂਟ ਸੈੱਲ ਦੋ ਡਾਟਰ ਸੈੱਲ ਬਣਾਏਗਾ, ਜਦ ਕਿ ਜਿਹੜੀ ਮਿਓਸਿਸ ਦੇ ਦੌਰਾਨ ਕੰਪਲੀਟ ਮਿਓਸਿਸ 1-2 ਹੋਣ ਦੇ ਦੌਰਾਨ ਜਿਹੜੇ ਇੱਕ ਪੇਰੈਂਟ ਸੈੱਲ ਹੈ ਉਹ 4 ਡਾਟਰ ਸੈੱਲਸ ਪ੍ਰੋਡਿਊਸ ਕਰਦਾ, ਠੀਕ ਹੈ। ਦੋ ਇਹਦੇ ਤੋਂ ਦੈਨ ਦੋ ਇਹਦੇ ਤੋਂ ਬਣਦੇ, 4 ਸੈੱਲਸ ਬਣਦੇ ਆ, ਠੀਕ ਹੈ। ਸੋ ਆਪਾਂ ਉਹੀ ਕਰਨਾ। ਸਪਰਮੈਟੋਗੋਨੀਆ ਨੇ ਪਿਊਬਰਟੀ ਟਾਈਮ ਮਾਈਟੋਸਿਸ ਕੀਤੀ ਤੇ ਕਾਫੀ ਸਾਰੇ ਸੈੱਲ ਬਣਾ ਦਿੱਤੇ, ਠੀਕ ਹੈ। ਇਹ ਵੀ ਡਿਪਲੋਇਡ ਸੀ। ਮਾਈਟੋਸਿਸ ਦੇ ਦੌਰਾਨ ਅਸੀਂ ਕੀ ਪੜ੍ਹਿਆ, ਨੰਬਰ ਆਫ ਕ੍ਰੋਮੋਜ਼ੋਮ ਸੇਮ
ਰਹਿੰਦੇ ਆ, ਚੇਂਜ ਨਹੀਂ ਹੁੰਦੇ। ਸੋ ਡਿਪਲੋਇਡ ਹੀ ਸਾਰੇ ਸੈਲਸ ਬਣੇ, ਇਹਨਾਂ ਨੂੰ ਅਸੀਂ ਬੋਲਾਂਗੇ ਪ੍ਰਾਇਮਰੀ ਸਪਰਮੈਟੋਸਾਈਟ। ਪ੍ਰਾਇਮਰੀ ਸਪਰਮੈਟੋਸਾਈਟ ਫਰਦਰ ਮਿਓਸਿਸ ਕਰਨਗੇ, ਮਿਓਸਿਸ ਕਿਹੜੀ 1 ਮਿਓਸਿਸ ਕਰਨਗੇ, ਫਸਟ ਮਿਓਸਿਸ ਪਾਰਟ ਕਰਨਗੇ। ਸੋ ਇੱਕ ਸੈੱਲ ਤੋਂ 2 ਸੈੱਲ ਬਣ ਗਏ। ਇਹ ਕੀ ਸੀਗੇ? ਹੈਪਲੋਇਡ ਸੈੱਲ, ਠੀਕ ਹੈ। ਮਿਓਸਿਸ 1 ਜਦੋਂ ਇਹਨਾਂ ਨੇ ਇੱਥੋਂ ਕੀਤੀ, ਠੀਕ ਹੈ, ਮਿਓਸਿਸ 1 ਕਰਕੇ ਇਹਨਾਂ ਨੇ ਡਿਪਲੋਇਡ ਤੋਂ ਕਰ ਲਏ ਹੈਪਲੋਇਡ ਸੈਲਸ, ਠੀਕ ਹੈ, ਕਿਉਂਕਿ ਮਿਓਸਿਸ ਦੇ ਦੌਰਾਨ ਇਹ ਰਿਡਕਸ਼ਨਲ ਡਿਵੀਜ਼ਨ ਹੁੰਦੀ। ਪਹਿਲੀ ਵਾਰ ਕੀ ਹੁੰਦੀ, ਮਿਓਸਿਸ 1 ਜਿਹੜੀ ਆ ਉਹਨੂੰ ਅਸੀਂ ਰਿਡਕਸ਼ਨਲ ਡਿਵੀਜ਼ਨ ਬੋਲਦੇ ਹਾਂ, ਕਿਉਂਕਿ ਇਹਦੇ ਵਿੱਚ ਕ੍ਰੋਮੋਜ਼ੋਮ ਨੰਬਰ ਰਿਡਿਊਸ ਹੋ ਜਾਂਦੇ, ਹਾਫ ਹੋ ਜਾਂਦੇ ਹੈਗੇ ਆ। ਸੋ 46 ਤੋਂ 23 ਹੋ ਗਏ, ਠੀਕ ਹੈ, ਕ੍ਰੋਮੋਜ਼ੋਮ ਨੰਬਰ। ਸੋ ਫਸਟ ਮਿਓਸਿਸ ਦੇ ਦੌਰਾਨ ਜਦੋਂ ਪ੍ਰਾਇਮਰੀ ਸਪਰਮੈਟੋਸਾਈਟਸ ਨੇ ਅੱਗੇ ਸੈੱਲ ਬਣਾਏ, ਉਹਨਾਂ ਨੂੰ ਅਸੀਂ ਸੈਕੰਡਰੀ ਸਪਰਮੈਟੋਸਾਈਟ ਕਹਾਂਗੇ। ਹੁਣ ਮਿਓਸਿਸ 2 ਕਰਨਗੇ, ਇਹ ਸੈਕੰਡਰੀ ਸਪਰਮੈਟੋਸਾਈਟ ਨੇ ਮਿਓਸਿਸ 2 ਕੀਤੀ ਤੇ ਹੈਪਲੋਇਡ ਸੈੱਲ ਤੋਂ ਅੱਗੇ ਹੈਪਲੋਇਡ ਸੈੱਲ ਹੀ ਬਣਾਏ ਹੈਗੇ। ਹੁਣ ਕ੍ਰੋਮੋਜ਼ੋਮ ਨੰਬਰ 23 ਤੋਂ ਹਾਫ ਨਹੀਂ ਹੋ ਜਾਣਗੇ, ਠੀਕ ਹੈ, ਕੀ ਰਹਿਣਗੇ, ਇਹ ਸੇਮ ਰਹਿਣਗੇ। ਸੋ ਇਹਨੂੰ ਅਸੀਂ ਕੀ ਕਹਿੰਦੇ ਹੈਗੇ, ਇਕੁਏਸ਼ਨਲ ਡਿਵੀਜ਼ਨ, ਠੀਕ ਹੈ, ਇਕੁਏਸ਼ਨਲ ਡਿਵੀਜ਼ਨ ਕਹਿੰਦੇ ਆ ਮਿਓਸਿਸ 2 ਨੂੰ। ਇਹਦੇ ਵਿੱਚ ਮਿਓਸਿਸ 1 ਮਿਓਸਿਸ 2 ਦੇ ਵਿੱਚ ਕੰਪਲੀਟ ਪ੍ਰੋਫੇਜ਼, ਮੈਟਾਫੇਜ਼, ਐਨਾਫੇਜ਼, ਟੀਲੋਫੇਜ਼ ਸਾਰਾ ਕੁਝ ਚੱਲ ਕੇ ਫਿਰ ਇਹ ਸੈੱਲ ਜਿਹੜੇ ਆ ਉਹ ਪ੍ਰੋਡਿਊਸ ਹੁੰਦੇ ਆ। ਸੋ ਸੈਕੰਡਰੀ ਸਪਰਮੈਟੋਸਾਈਟ 2 ਨੇ ਕਿੰਨੇ ਬਣਾ ਦਿੱਤੇ, 400। ਆਪਾਂ ਇਹ ਕਿਹਾ ਮਿਓਸਿਸ 1 2 ਕੰਪਲੀਟ ਹੋਣ ਤੋਂ ਬਾਅਦ ਸਾਡੇ ਤੋਂ 4 ਡਾਟਰ ਸੈਲਸ ਆ ਜਾਂਦੇ। ਸੋ ਬਣ ਗਏ ਹੈਪਲੋਇਡ ਸੈਲਸ, 4 ਡਾਟਰ ਸੈਲਸ ਆ ਗਏ, ਠੀਕ ਹੈ। ਇਸ ਤੋਂ ਬਾਅਦ ਜਿਹੜੇ ਸਪਰਮੈਟਿਡ ਹੈ ਹੁਣ ਇਹ ਡਿਫਰੈਂਸ਼ੀਏਟ ਕਰਨਗੇ, ਕਿਉਂਕਿ ਇਹ ਪ੍ਰੋਪਰ ਡਿਵੈਲਪ ਨਹੀਂ ਨਾ ਹੋਏ। ਜਦੋਂ ਸਪਰਮੈਟਿਡ ਪ੍ਰੋਪਰ ਡਿਵੈਲਪ ਕਰਨਗੇ, ਡਿਫਰੈਂਸ਼ੀਏਸ਼ਨ ਕਰਨਗੇ, ਪ੍ਰੋਪਰ ਸਪਰਮੈਟੋਜ਼ੋਆ ਜਿਹਨੂੰ ਅਸੀਂ ਸਪਰਮ ਕਹਿੰਦੇ ਉਹ ਬਣਾਉਣਗੇ। 4 ਸਪਰਮੈਟਿਡ ਤੋਂ 4 ਸਪਰਮੈਟੋਜ਼ੋਆ ਯਾਨੀ ਕਿ 4 ਸਪਰਮ ਬਣਨਗੇ, ਠੀਕ ਹੈ। ਹੁਣ ਸਪਰਮੈਟਿਡ ਤੋਂ ਸਪਰਮ ਬਣਨ ਦੀ, ਪ੍ਰੋਪਰ ਡਿਵੈਲਪ ਹੋ ਕੇ ਸਪਰਮ ਬਣਨ ਦੀ ਪ੍ਰੋਸੈਸ ਨੂੰ ਅਸੀਂ ਬੋਲਦੇ ਹਾਂ ਸਪਰਮੀਓਜੈਨੇਸਿਸ, ਠੀਕ ਹੈ। ਸਪਰਮੀਓਜੈਨੇਸਿਸ ਈਜ਼ੀ ਹੈ, ਸੋ ਆਪਾਂ ਅੱਗੇ ਪੜ੍ਹਦੇ ਹਾਂ, ਨਾਲ ਹੀ ਸਪਰਮ ਦਾ ਸਟਰਕਚਰ ਵੀ ਕਰ ਲਾਂਗੇ। ਸੋ ਪਹਿਲੇ ਕੀ ਹੈਗਾ ਆ, ਮਲਟੀਪਲੀਕੇਸ਼ਨ ਫੇਜ਼, ਠੀਕ ਹੈ। ਮਲਟੀਪਲੀਕੇਸ਼ਨ ਫੇਜ਼ 'ਚ ਕੀ ਹੁੰਦਾ, ਮਲਟੀਪਲਾਈ ਕੀਤਾ ਇਹਨਾਂ ਨੇ ਥਰੂ ਮਾਈਟੋਸਿਸ। ਸੋ ਸਪਰਮੈਟੋਗੋਨੀਆ ਮਲਟੀਪਲਾਈ ਬਾਈ ਮਾਈਟੋਸਿਸ, ਸੋ ਨੰਬਰ ਆਫ ਸੈਲਸ ਵੱਧ ਗਏ। ਗਰੋਥ ਫੇਜ਼ 'ਚ ਇਹ ਸਪਰਮੈਟੋਗੋਨੀਆ ਜਿਹੜੇ ਹੈਗੇ ਆ ਇਹ ਪ੍ਰੋਪਰ ਪ੍ਰਾਇਮਰੀ ਸਪਰਮੈਟੋਸਾਈਟ 'ਚ ਡਿਵੈਲਪ ਹੋ ਜਾਂਦੇ ਆ। ਇਹਨਾਂ ਦੇ ਪਹਿਲੇ ਇੰਨਾ ਕੁ ਅਗਰ ਹੁੰਦਾ ਹੈਗਾ ਸਪਰਮੈਟੋਗੋਨੀਆ, ਫਿਰ ਇਹ ਪ੍ਰੋਪਰ ਡਿਵੈਲਪ ਹੋ ਕੇ ਇਸ ਤਰੀਕੇ ਨਾਲ ਪ੍ਰਾਇਮਰੀ ਸਪਰਮੈਟੋਸਾਈਟ ਬਣ ਜਾਂਦਾ। ਸਾਈਜ਼ ਔਰ ਨੰਬਰ ਦੇ ਵਿੱਚ ਦੋਨਾਂ 'ਚ ਵੱਧ ਜਾਂਦੇ ਹੈ ਆ। ਫਿਰ ਹੈ ਮੈਚੂਰੇਸ਼ਨ ਫੇਜ਼ 'ਚ ਜਿੱਥੇ ਮਿਓਸਿਸ 1 ਕਾਜ਼ ਕਰਦਾ ਆ, ਠੀਕ ਹੈ, ਅਤੇ ਹੈਪਲੋਇਡ ਸੈੱਲ ਬਣਾ ਦਿੰਦਾ ਡਿਪਲੋਇਡ ਤੋਂ। ਦੈਨ ਹੈਪਲੋਇਡ ਤੋਂ ਹੈਪਲੋਇਡ ਸੈੱਲ ਹੀ ਬਣਾਉਂਦਾ ਡਿਊਰਿੰਗ ਮਿਓਸਿਸ 2। ਸੋ ਮਿਓਸਿਸ 2 ਦੇ ਦੌਰਾਨ ਸਾਡੇ ਤੋਂ ਕੀ ਐਂਡ 'ਚ ਆ ਜਾਂਦੇ ਸਪਰਮੈਟਿਡ, 4 ਸਪਰਮੈਟਿਡਸ ਬਣ ਜਾਂਦੇ ਆ। ਇਹ ਸਪਰਮੈਟਿਡ ਤੋਂ ਪ੍ਰੋਪਰ ਸਪਰਮੈਟੋਜ਼ੋਆ ਯਾਨੀ ਕਿ ਸਪਰਮ ਬਣਨ ਦੀ ਪ੍ਰੋਸੈਸ ਨੂੰ ਅਸੀਂ ਕੀ ਕਹਿੰਦੇ ਹਾਂ, ਸਪਰਮੀਓਜੈਨੇਸਿਸ, ਠੀਕ ਹੈ। ਸੋ ਫਿਰ ਉਹਨਾਂ ਨੇ ਇਹੀ ਦੱਸਤਾ ਕਿ ਸਪਰਮੀਓਜੈਨੇਸਿਸ 'ਚ ਕੀ ਹੁੰਦਾ, ਸਪਰਮੀਓਜੈਨੇਸਿਸ ਇਜ਼ ਇਨੀਸ਼ੀਏਟਿਡ ਐਟ ਦ ਏਜ ਆਫ ਪਿਊਬਰਟੀ, ਠੀਕ ਹੈ। ਹੁਣ ਕਿ ਜਿਹੜੇ ਆਪਾਂ ਇੱਦਾਂ ਦੱਸਿਆ ਹੋਇਆ ਨਾ ਕਿ ਜਿਹੜੇ ਸਰਟੋਲੀ ਸੈਲਸ ਔਰ ਸਪਰਮੈਟੋਗੋਨੀਆ ਫੰਕਸ਼ਨ ਕਰਦੇ ਹਾਰਮੋਨਸ ਕਰਕੇ ਕਰਦੇ ਆ। ਜਿਹੜਾ ਗੋਨੈਡੋਟ੍ਰੋਪਿਨ ਰਿਲੀਜ਼ਿੰਗ ਹਾਰਮੋਨ GnRH ਹੁੰਦਾ ਆ, ਇਹ ਗੋਨੈਡੋਟ੍ਰੋਪਿਨਸ ਨੂੰ ਰਿਲੀਜ਼ ਕਰਦਾ ਹਾਈਪੋਥੈਲਮਸ ਤੋਂ। LH ਔਰ FSH ਲਿਊਟੀਨਾਈਜ਼ਿੰਗ ਔਰ ਫੋਲੀਕਲ ਸਟੀਮੂਲੇਟਿੰਗ ਹਾਰਮੋਨ, ਇਹਦੇ ਬਾਰੇ ਤੁਸੀਂ ਪੜ੍ਹਿਆ ਹੋਇਆ ਆ MCQs ਜਦੋਂ ਆਪਾਂ ਡਿਸਕਸ ਕੀਤੇ ਸੀ ਉਦੋਂ ਆਪਾਂ ਇਹਦੇ ਬਾਰੇ ਵੀ ਪੜ੍ਹਿਆ ਸੀਗਾ ਕਿ ਲਿਊਟੀਨਾਈਜ਼ਿੰਗ ਹਾਰਮੋਨ ਔਰ ਫੋਲੀਕਲ ਸਟੀਮੂਲੇਟਿੰਗ ਹਾਰਮੋਨ ਗੋਨੈਡੋਟ੍ਰੋਪਿਨਸ ਹੁੰਦੇ ਹੈਗੇ ਆ, ਜਿਹੜੇ ਕਿ ਗੋਨੈਡੋਟ੍ਰੋਪਿਨ ਰਿਲੀਜ਼ਿੰਗ ਹਾਰਮੋਨ ਦੀ ਫਾਰਮ ਦੇ ਵਿੱਚ ਹੁੰਦੇ ਆ। ਔਰ ਪਿਚੂਟਰੀ ਜਿਹੜੀ ਹੈਗੀ ਆ ਉਹ ਇਹਨਾਂ ਨੂੰ ਸਿਕਰੇਟ ਕਰਦੀ, ਪਿਚੂਟਰੀ ਦੀ ਲੋਬ ਇਹਨਾਂ ਨੂੰ ਸਿਕਰੇਟ ਕਰਦੀ ਹੈਗੀ ਆ। NRH ਗੋਨੈਡੋਟ੍ਰੋਪਿਨ ਰਿਲੀਜ਼ਿੰਗ ਹਾਰਮੋਨ ਬ੍ਰੇਨ ਦੇ ਹਾਈਪੋਥੈਲਮਸ ਤੋਂ, ਉਹਦੇ ਕੋਲ ਹੀ ਪਿਚੂਟਰੀ ਗਲੈਂਡ ਹੈ, ਉਹਦੇ ਤੋਂ ਸਿਕਰੇਸ਼ਨ ਕਰਦਾ ਹੈ, ਠੀਕ ਹੈ, ਐਂਟੀਰੀਅਰ ਪਾਰਟ ਤੋਂ। ਦੈਨ ਐਂਟੀਰੀਅਰ ਪਿਚੂਟਰੀ ਦੇ ਥਰੂ LH ਔਰ FSH ਹਾਰਮੋਨਸ ਸਿਕਰੇਟ ਹੁੰਦੇ ਆ। ਫੋਲੀਕਲ ਸਟੀਮੂਲੇਟਿੰਗ ਸਰਟੋਲੀ ਸੈਲਸ ਨੂੰ ਹੈਲਪ ਕਰਦਾ ਫੰਕਸ਼ਨ ਕਰਨ 'ਚ, ਅਤੇ ਲਿਊਟੀਨਾਈਜ਼ਿੰਗ ਹਾਰਮੋਨ ਜਿਹੜਾ ਹੈਗਾ ਆ ਇਹ ਐਂਡਰੋਜਨ ਸਿਕਰੇਟ ਕਰਨ 'ਚ ਹੈਲਪ ਕਰਦਾ ਆ ਆਪਣੇ ਲਿਡਿਕ ਸੈਲਸ ਦੀ, ਇੰਟਰਸਟੀਸ਼ੀਅਲ ਸੈਲਸ ਦੀ, ਤਾਂ ਕਿ ਸਪਰਮੀਓਜੈਨੇਸਿਸ ਕੰਪਲੀਟ ਹੋ ਸਕੇ, ਠੀਕ ਹੈ। ਸੈਂਟਰੀ ਜਿਹੜਾ ਸਪਰਮੈਟੋਜ਼ੋਆ ਜਿਹਨੂੰ ਅਸੀਂ ਸਪਰਮ ਕਹਿੰਦੇ ਉਹਦੇ 4 ਪਾਰਟ ਹੁੰਦੇ ਆ। ਕੰਪਲੀਟਲੀ ਡਿਵੈਲਪ ਸਪਰਮ ਹੈ ਇਹ, ਠੀਕ ਹੈ। ਹੈਡ ਪਾਰਟ, ਨੈਕ ਪਾਰਟ, ਟੇਲ ਪਾਰਟ, ਮਿਡਲ ਪਾਰਟ ਔਰ ਟੇਲ ਪਾਰਟ, 4 ਪਾਰਟ ਹੁੰਦੇ, ਠੀਕ ਹੈ। ਹੁਣ ਜਿੱਦਾਂ ਅਸੀਂ ਸਪਰਮ ਦਾ ਸਟਰਕਚਰ ਦੇਖ ਰਹੇ ਹਾਂ, ਸਪਰਮ ਦੇ ਹੈਡ ਪਾਰਟ ਦੇ ਵਿੱਚ ਇੱਥੇ ਨਿਊਕਲੀਅਸ ਵਗੈਰਾ ਪ੍ਰੈਜ਼ੈਂਟ ਹੁੰਦਾ ਔਰ ਇੱਕ ਕੈਪ ਲਾਈਕ ਸਟਰਕਚਰ ਇੱਦਾਂ ਅੱਗੇ ਬਣਿਆ ਹੋਇਆ, ਇਹਨੂੰ ਅਸੀਂ ਬੋਲਦੇ ਐਕਰੋਜ਼ੋਮ, ਠੀਕ ਹੈ। ਐਕਰੋਜ਼ੋਮ ਦਾ ਬਹੁਤ ਇੰਪੋਰਟੈਂਟ ਰੋਲ ਹੁੰਦਾ ਆ, ਠੀਕ ਹੈ। ਕ੍ਰੋਮੋਜ਼ੋਮ ਦੇਖੋ ਇਹ ਸਾਰੇ ਨੂੰ ਜਿਹੜੀ ਪਲਾਜ਼ਮਾ ਮੈਂਬਰੇਨ ਆ ਇਹਨੇ ਕਵਰ ਕੀਤਾ ਹੁੰਦਾ, ਪਲਾਜ਼ਮਾ ਮੈਂਬਰੇਨ ਨੇ, ਠੀਕ ਹੈ। ਸੋ ਹੈਡ ਪਾਰਟ ਕਿੱਦਾਂ ਬਣਦਾ ਹੈਗਾ, ਨਿਊਕਲੀਅਸ ਔਰ ਗੋਲਜੀ ਆਪਰੇਟਸ ਥੋੜ੍ਹਾ ਜਿਹਾ ਮੋਡੀਫਾਈ ਹੁੰਦਾ। ਨਿਊਕਲੀਅਸ ਜਿਹੜਾ ਹੈਗਾ ਇਹ ਐਨਲਾਰਜ ਹੁੰਦਾ ਅਤੇ ਗੋਲਜੀ ਆਪਰੇਟਸ ਥੋੜ੍ਹਾ ਜਿਹਾ ਮੋਡੀਫਾਈ ਹੋ ਜਾਂਦਾ, ਉਹਦੀ ਵਜ੍ਹਾ ਨਾਲ ਇਹ ਐਕਰੋਜ਼ੋਮ ਪਾਰਟ ਜਿਹੜਾ ਫਾਰਮ ਹੁੰਦਾ ਆ, ਠੀਕ। ਐਨਜ਼ਾਈਮ ਪ੍ਰੈਜ਼ੈਂਟ ਹੁੰਦੇ, ਹੈਲਿਊਰੋਨੀਡੇਜ਼ ਐਨਜ਼ਾਈਮ ਪ੍ਰੈਜ਼ੈਂਟ ਹੁੰਦਾ ਆ, ਠੀਕ ਹੈ। ਔਰ ਇਸ ਤੋਂ ਇਲਾਵਾ ਐਕਰੋਸਿਨ ਪ੍ਰੈਜ਼ੈਂਟ ਹੁੰਦਾ ਹੈਗਾ ਆ, ਠੀਕ ਹੈ, ਜਿਹੜਾ ਕਿ ਓਵਮ ਦੀਆਂ ਵਾਲਸ ਅਗਰ ਫੀਮੇਲ ਬਾਡੀ ਦੇ ਅੰਦਰ ਜਾਂਦਾ ਆ, ਸੋ ਓਵਮ ਦੀ ਜਿਹੜੀ ਵਾਲ ਹੈਗੀ ਆ ਉਹਨੂੰ ਪੈਨੀਟ੍ਰੇਟ ਕਰਕੇ, ਉਹਦੀਆਂ ਵਾਲ ਨੂੰ ਡਿਜ਼ੋਲਵ ਕਰਕੇ ਉਹਦੇ ਅੰਦਰ ਪੈਨੀਟ੍ਰੇਟ ਕਰਦਾ ਅਤੇ ਆਪਣੇ ਨਿਊਕਲੀਅਸ ਨੂੰ
ਓਵਮ ਦੇ ਨਿਊਕਲੀਅਸ ਦੇ ਅੰਦਰ ਛੱਡ ਦਿੰਦਾ ਤਾਂ ਕਿ ਓਵਮ ਦੇ ਅੰਦਰ ਛੱਡਦਾ ਤਾਂ ਕਿ ਉਹਦੇ ਨਿਊਕਲੀਅਸ ਨਾਲ ਫਿਊਜ਼ ਹੋ ਸਕੇ। ਠੀਕ ਹੈ, ਸੋ ਹੈਡ ਪਾਰਟ ਬਾਰੇ ਦੱਸਿਆ ਹੋਇਆ ਆ ਕਿ ਬਾਕੀ ਦਾ ਜਿਹੜਾ ਨਿਊਕਲੀਅਸ ਵਗੈਰਾ ਥੋੜ੍ਹਾ ਸਾਈਟੋਪਲਾਜ਼ਮ ਆ ਇੱਥੇ ਪ੍ਰੈਜ਼ੈਂਟ ਹੁੰਦਾ, ਬਾਕੀ ਐਕਰੋਸਿਨ ਹੈਲਿਊਰੋਨੀਡੇਜ਼ ਐਂਜ਼ਾਈਮ ਜਿਹੜੇ ਹੈਗੇ ਆ ਗੋਲਜਾਈ ਬੋਡੀ ਮੋਡੀਫਾਈ ਕਰਕੇ ਜਿਹੜਾ ਐਕਰੋਜ਼ੋਮ ਬਣਾਉਂਦੀ ਉਹਦੇ ਅੰਦਰ ਪ੍ਰੈਜ਼ੈਂਟ ਹੁੰਦੇ ਆ। ਸੋ ਇਟ ਕੰਟੇਨ ਅ ਲਾਰਜ ਹੈਪਲੋਇਡ ਨਿਊਕਲੀਅਸ is capped by acrosome. Acrosome contain the hydrolytic enzyme ਜਿਹਨੂੰ ਹੈਲਿਊਰੋਨੀਡੇਜ਼ ਕਹਿੰਦੇ ਆ which help in the dissolving membrane of ovum for fertilization, ਜਿਹੜਾ ਕਿ ਫਰਟੀਲਾਈਜੇਸ਼ਨ ਕਰਨ 'ਚ ਹੈਲਪ ਕਰਦਾ। ਠੀਕ ਹੈ, ਫਿਰ ਆਪਾਂ ਇਹ ਤਾਂ ਪੜ੍ਹਿਆ ਹੀ ਆ ਕਿ ਇਹਦੇ ਵਿੱਚ ਜਿਹੜਾ ਮੇਨ ਹੈਡ ਪਾਰਟ ਦੇ ਵਿੱਚ ਨਿਊਕਲੀਅਸ ਵਗੈਰਾ ਜੈਨੇਟਿਕ ਮਟੀਰੀਅਲ ਇਹਦੇ ਵਿੱਚ ਪ੍ਰੈਜ਼ੈਂਟ ਹੁੰਦਾ। ਠੀਕ ਹੈ, ਉਹ ਇਸ ਤੋਂ ਬਾਅਦ ਜਿਹੜਾ ਸੈੱਲ ਹੁੰਦਾ ਉਹਦੇ ਜਿਹੜਾ ਮਾਈਟੋਕੌਂਡਰੀਆ ਹੁੰਦਾ ਉਹ ਮਿਡਲ ਪੀਸ ਬਣਾ ਦਿੰਦਾ, ਜਦ ਕਿ ਜਿਹੜੇ ਸੈੱਲ ਦੇ ਅੰਦਰ ਸੈਂਟਰੀਓਲ ਹੁੰਦੇ, 2 ਸੈਂਟਰੀਓਲ ਹੁੰਦੇ ਆ। ਇੱਕ ਸੈਂਟਰੀਓਲ ਜਿਹੜਾ ਹੈਗਾ ਆ ਉਹਨੂੰ ਬੋਲਦੇ ਪ੍ਰੋਕਸੀਮਲ ਸੈਂਟਰੀਓਲ, ਇੱਕ ਹੁੰਦਾ ਡਿਸਟਲ ਸੈਂਟਰੀਓਲ। ਪ੍ਰੋਕਸੀਮਲ ਸੈਂਟਰੀਓਲ ਜਿਹੜਾ ਥੋੜ੍ਹਾ ਜਿਹਾ ਪਿੱਛੇ ਨੂੰ ਆ ਕੇ ਨਿਊਕਲੀਅਸ ਤੋਂ ਇਹ ਬਣਾ ਦਿੰਦਾ ਨੈਕ ਪਾਰਟ ਬਣਾ ਦਿੰਦਾ ਹੈ। ਠੀਕ ਹੈ, ਔਰ ਨੈਕ ਪਾਰਟ ਤੋਂ ਅੱਗੇ ਮਿਡਲ ਪਾਰਟ ਬਣ ਜਾਂਦਾ ਡਿਸਟਲ ਦੇ ਨਾਲ, ਜਿਹੜਾ ਡਿਸਟਲ ਪਾਰਟ ਹੁੰਦਾ ਡਿਸਟਲ ਸੈਂਟਰੀਓਲ ਉਹਦੇ ਨਾਲ ਮਿਡਲ ਪੀਸ ਔਰ ਟੇਲ ਬਣ ਜਾਂਦੀ ਆ। ਠੀਕ ਹੈ, ਮਿਡਲ ਪੀਸ 'ਚ ਮਾਈਟੋਕੌਂਡਰੀਆ ਆ ਜਾਂਦਾ ਹੈ ਜਿਹੜਾ ਪਾਵਰ ਹਾਊਸ ਦਾ ਕੰਮ ਕਰਦਾ ਹੈ। ਠੀਕ ਹੈ, ਸੋ ਪਹਿਲੇ ਨੈਕ ਦੀ ਕਰਦੇ ਹਾਂ। ਨੈਕ 'ਚ ਕੀ ਹੁੰਦਾ, ਕੰਟੇਨ ਪ੍ਰੋਕਸੀਮਲ ਸੈਂਟਰੀਓਲ which is necessary for first cleavage division of the zygote. zygote ਦੀ cleavage division ਵਾਸਤੇ ਨੈਕ ਪਾਰਟ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਠੀਕ ਹੈ, ਕਿਉਂਕਿ ਜਦੋਂ ਸਪਰਮ ਐਂਟਰ ਕਰਦਾ ਆ ਓਵਮ ਨਾਲ ਫਿਊਜ਼ ਕਰਦਾ ਅਤੇ ਉਹਦੀ ਟੇਲ ਵਗੈਰਾ ਰਿਮੂਵ ਹੋ ਜਾਂਦੀ ਆ ਅਤੇ ਬਾਕੀ ਪਾਰਟ ਜਿਹੜਾ ਉਹ ਰਹਿ ਜਾਂਦਾ ਹੈ। ਠੀਕ ਹੈ, ਫਿਰ ਨੈਕਸਟ ਹੈਗਾ middle piece contain number of mitochondria that provide energy for the movement of tail। ਠੀਕ ਹੈ, ਹੁਣ ਕਹਿੰਦੇ ਕਿ ਇਹ ਜਿਹੜਾ ਅਗਰ ਆਪਾਂ ਦੇਖੀਏ ਜਿਹੜਾ ਆਪਾਂ ਇਹ ਦੇਖ ਰਹੇ ਹਾਂ ਮਾਈਟੋਕੌਂਡਰੀਆ। ਠੀਕ ਹੈ, ਜਿਹੜਾ ਸੈੱਲ ਦਾ ਮਾਈਟੋਕੌਂਡਰੀਆ, ਜਿਹਦੇ ਸੈੱਲ 'ਚ ਤਾਂ ਸਾਰੀਆਂ ਆਰਗੇਨਿਲੀਜ਼ ਹੁੰਦੀਆਂ ਨਾ, ਹੁਣ ਅਲੱਗ-ਅਲੱਗ ਆਰਗੇਨਿਲੀਜ਼ ਨੇ ਅਲੱਗ-ਅਲੱਗ ਫੰਕਸ਼ਨ ਪਰਫੋਰਮ ਕੀਤਾ। ਉਹਦੀ ਮਾਈਟੋਕੌਂਡਰੀਆ ਜਿਹੜਾ ਉਹ ਐਨਰਜੀ ਵੈਸੇ ਤਾਂ ਫੋਰਮ ਕਰਦਾ ਹੀ ਆ, ਇੱਥੇ ਆ ਕੇ ਵੀ ਉਹ ਸਪਾਇਰਲ ਫਾਰਮ 'ਚ ਇਸ ਤਰੀਕੇ ਨਾਲ ਸਪਾਇਰਲ ਫਾਰਮ 'ਚ ਚਲਾ ਜਾਂਦਾ, ਇਸ ਤਰੀਕੇ ਨਾਲ ਅਰੇਂਜ ਹੋ ਜਾਂਦਾ ਆ ਮਿਡਲ ਪੀਸ ਦੇ ਵਿੱਚ। ਠੀਕ ਹੈ, ਔਰ ਇੱਥੇ ਜਾ ਕੇ ਇਹ ਐਨਰਜੀ ਪ੍ਰੋਵਾਈਡ ਕਰਦਾ ਟੇਲ ਨੂੰ ਤਾਂ ਕਿ ਜਿਹੜੇ ਸਪਰਮ ਆ ਉਹ ਸਵਿਮ ਕਰਕੇ ਵੈਜਾਈਨਾ ਸਰਵਿਕਸ ਤੋਂ ਹੁੰਦਾ ਹੋਇਆ, ਯੂਟਰਸ ਤੋਂ ਹੁੰਦਾ ਹੋਇਆ ਫੈਲੋਪੀਅਨ ਟਿਊਬ 'ਚ ਚਲਾ ਜਾਏ ਤਾਂ ਕਿ ਓਵਮ ਨਾਲ ਜਿਹੜਾ ਫਿਊਜ਼ ਕਰਕੇ ਫਰਟੀਲਾਈਜੇਸ਼ਨ ਕਾਜ਼ ਕਰ ਸਕੇ ਔਰ ਜ਼ਾਈਗੋਟ ਫਾਰਮ ਕਰੇ। ਠੀਕ ਹੈ, ਸੋ ਇਸ ਕਰਕੇ ਹੀ ਮਾਈਟੋਕੌਂਡਰੀਆ ਦਾ ਫੰਕਸ਼ਨ ਹੁੰਦਾ। ਨੈਕਸਟ ਆਉਂਦੀ ਹੈ ਟੇਲ। ਹੁਣ ਕੁਛ ਨਾ ਫਾਈਬਰਸ ਸਟਰਕਚਰ ਟਾਈਪ ਪ੍ਰੈਜ਼ੈਂਟ ਹੁੰਦੇ ਆ, ਵਿੱਚ ਬਚਿਆ ਹੋਇਆ ਜਿਹੜੇ ਫਾਈਬਰਸ ਫਾਰਮ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ, ਉਹ ਜਿਹੜਾ ਪਾਰਟ ਬਣਾਉਂਦੇ ਟੇਲ ਦਾ ਪਾਰਟ ਬਣਾ ਦਿੰਦੇ ਆ। ਠੀਕ ਹੈ, ਸੋ ਟੇਲ ਦਾ ਕੀ ਫੰਕਸ਼ਨ ਆ, ਇਹ ਫਲੂਇਡ ਮੀਡੀਅਮ ਦੇ ਵਿੱਚ ਸਪਰਮ ਨੂੰ ਸਵਿਮ ਕਰਨ 'ਚ ਹੈਲਪ ਕਰਦੀ ਹੈਗੀ ਆ। ਠੀਕ ਹੈ, ਸੋ ਬਸ ਇਹੀ ਇਹਦਾ ਸਪਰਮ ਦਾ ਸਟਰਕਚਰ ਸਪਰਮੈਟੋਜੈਨੇਸਿਸ ਬਾਰੇ ਹੈ। ਠੀਕ ਹੈ, ਇਹਦੇ ਵਿੱਚ ਕਈ ਵਾਰ ਇਹਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ ਬਟ ਇੰਨਾ ਮੁਸ਼ਕਿਲ ਨਹੀਂ ਹੈਗਾ, ਇਹਨੂੰ ਇੱਕ ਵਾਰ ਜਸਟ ਵੀਡੀਓ ਦੇਖ ਲਓ, ਰਿਵਾਈਜ਼ ਕਰ ਲਓ, ਕਲੀਅਰ ਹੋ ਜਾਏਗਾ। ਬਾਕੀ ਦੇ MCQs ਆਪਾਂ ਡਿਸਕਸ ਕੀਤੇ ਹੋਏ ਆ, ਉਹ ਤੁਸੀਂ ਨਾਲ ਇਹਦੇ ਕਰ ਸਕਦੇ ਹੈਗੇ ਆ। ਠੀਕ ਹੈ, ਸੋ ਵੀਡੀਓ ਅੱਛੀ ਲੱਗੇ ਤੇ ਲਾਈਕ ਜ਼ਰੂਰ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰ ਦਊਗਾ ਨਿਊ 'ਤੇ। ਬਾਕੀ ਆਪਾਂ ਇਹਦੇ ਨਾਲ ਰਿਲੇਟਡ ਅੱਗੇ ਓਜੈਨੇਸਿਸ ਦੀ ਵੀਡੀਓ ਕੰਪਲੀਟ ਕਰ ਦਾਂਗੇ। ਠੀਕ ਹੈ, ਹੋਰ ਮੈਨਸਟ੍ਰੇਸ਼ਨ ਸਾਈਕਲ ਅਗਰ ਮੁਸ਼ਕਿਲ ਲੱਗੇ ਜਾਂ ਜੋ ਵੀ ਅਗਰ ਮੁਸ਼ਕਿਲ ਲੱਗਦਾ ਇਸ ਚੈਪਟਰ 'ਚ ਉਹ ਤੁਸੀਂ ਕਮੈਂਟ ਬਾਕਸ 'ਚ ਦੱਸ ਸਕਦੇ ਹੋ। ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿ ਉਹਨਾਂ ਦੀ ਵੀਡੀਓਜ਼ ਨਾਲ ਜਿਹੜੀਆਂ ਹੈਗੀਆਂ ਉਹ ਬਣਾ ਸਕਾਂ। ਸੋ ਬਾਕੀ ਕਰਦੇ ਨੈਕਸਟ ਵੀਡੀਓ 'ਚ। ਥੈਂਕਸ ਫॉर ਵਾਚਿੰਗ ਦ ਵੀਡੀਓ।